ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਭਗਵਾਨ ਗਣੇਸ਼ ਬਾਰੇ। ਹਿੰਦੂ ਧਰਮ ਵਿੱਚ ਬੜੇ ਹੀ ਖਾਸ ਦੇਵਤਾ ਹਨ, ਬੁੱਧੀ, ਸਫਲਤਾ, ਰੁਕਾਵਟਾਂ ਦੂਰ ਕਰਨ ਵਾਲੇ। ਹਾਂਜੀ ਬਿਲਕੁਲ, ਗਣਪਤੀ ਜੀ। ਤੇ ਸਾਡੇ ਕੋਲ ਨਾ ਅੱਜ ਕਾਫੀ ਕੁਝ ਹੈ, ਪੁਰਾਣਾਂ ਦੀਆਂ ਕਹਾਣੀਆਂ ਨੇ, ਕੁਝ ਧਾਰਮਿਕ ਗ੍ਰੰਥਾਂ ਦੇ ਹਵਾਲੇ ਤੇ ਹੋਰ ਸੱਭਿਆਚਾਰਿਕ ਨਜ਼ਰੀਏ ਵੀ। ਹਾਂ, ਤੇ ਆਪਣਾ ਮਕਸਦ ਇਹੀ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਗਣੇਸ਼ ਜੀ ਦੀ ਉਤਪਤੀ ਕਿਵੇਂ ਹੋਈ, ਉਹਨਾਂ ਦਾ ਜਿਹੜਾ ਹਾਥੀ ਵਾਲਾ ਸਿਰ ਹੈ ਉਹਦਾ ਕੀ ਮਤਲਬ ਹੈ, ਤੇ ਕੁਝ ਖਾਸ ਕਥਾਵਾਂ ਤੇ ਪੂਜਾ ਦਾ ਮਹੱਤਵ। ਬਸ ਆਪਾਂ ਇਸ ਵਿਸ਼ੇ 'ਚ ਥੋੜਾ ਡੂੰਘਾ ਉਤਰਨ ਦੀ ਕੋਸ਼ਿਸ਼ ਕਰਾਂਗੇ। ਚਲੋ ਫਿਰ ਸ਼ੁਰੂ ਕਰਦੇ ਹਾਂ ਉਹਨਾਂ ਦੇ ਜਨਮ ਤੋਂ। ਇਹ ਕਹਾਣੀ ਤਾਂ ਸ਼ਾਇਦ ਸਭ ਨੇ ਸੁਣੀ ਹੋਵੇਗੀ ਥੋੜੀ ਬਹੁਤ। ਹਾਂਜੀ, ਇਹ ਸਭ ਤੋਂ ਮਸ਼ਹੂਰ ਹੈ। ਸ਼ਿਵ ਪੁਰਾਣ ਚਾਹੁੰਦਾ ਹੈ ਕਿ ਦੇਵੀ ਪਾਰਵਤੀ ਨਹਾਉਣ ਜਾ ਰਹੀ ਸੀ ਤੇ ਉਹਨਾਂ ਨੇ ਆਪਣੀ ਸੁਰੱਖਿਆ ਲਈ ਆਪਣੇ ਸਰੀਰ ਦੀ ਮੈਲ ਤੇ ਚੰਦਨ ਦੇ ਲੇਪ ਤੋਂ ਨਾ ਇੱਕ ਬਾਲਕ ਬਣਾਇਆ। ਅੱਛਾ, ਮੈਲ ਤੇ ਚੰਦਨ ਤੋਂ? ਹਾਂਜੀ, ਤੇ ਉਸ 'ਚ ਜਾਨ ਪਾ ਦਿੱਤੀ। ਤਾਂ ਹੀ ਉਹਨਾਂ ਨੂੰ ਅਯੋਨਿਜ ਵੀ ਕਹਿੰਦੇ ਨੇ, ਮਤਲਬ ਬਿਨਾਂ ਗਰਭ ਤੋਂ ਜਨਮੇ। ਠੀਕ। ਤੇ ਫਿਰ ਆਂਦੀ ਹੈ ਉਹ ਘਟਨਾ ਸ਼ਿਵ ਜੀ ਨਾਲ ਟਕਰਾਅ ਵਾਲੀ। ਜਦੋਂ ਸ਼ਿਵ ਜੀ ਘਰ ਆਏ ਤੇ ਇਸ ਬਾਲਕ ਨੇ, ਗਣੇਸ਼ ਨੇ ਉਹਨਾਂ ਨੂੰ ਰੋਕ ਲਿਆ। ਹਾਂ, ਮਾਂ ਦਾ ਹੁਕਮ ਸੀ ਨਾ ਜੀ। ਤੇ ਫਿਰ ਕਾਫੀ ਬਹਿਸ ਹੋਈ, ਲੜਾਈ ਵੀ ਹੋਈ। ਜਦੋਂ ਗਣੇਸ਼ ਨੇ ਸ਼ਿਵ ਜੀ ਦੇ ਗਣਾਂ ਨੂੰ ਵੀ ਪਿੱਛੇ ਕਰਤਾ ਤਾਂ ਸ਼ਿਵ ਜੀ ਨੂੰ ਗੁੱਸਾ ਆ ਗਿਆ ਤੇ ਉਹਨਾਂ ਨੇ ਤ੍ਰਿਸ਼ੂਲ ਨਾਲ ਸਿਰ ਸਿਰ ਕਲਮ ਕਰ ਦਿੱਤਾ। ਫਿਰ ਜਦੋਂ ਪਾਰਵਤੀ ਜੀ ਨੇ ਦੇਖਿਆ, ਉਹ ਬਹੁਤ ਦੁਖੀ ਹੋਏ ਤਾਂ ਸ਼ਿਵ ਜੀ ਨੇ ਉਹਨਾਂ ਨੂੰ ਸ਼ਾਂਤ ਕੀਤਾ ਤੇ ਕਿਹਾ ਕਿ ਉਹ ਬਾਲਕ ਨੂੰ ਦੁਬਾਰਾ ਜੀਵਿਤ ਕਰਨਗੇ। ਤੇ ਫਿਰ ਉਹ ਹਾਥੀ ਦੇ ਸਿਰ ਵਾਲੀ ਗੱਲ? ਹਾਂ, ਉਹਨਾਂ ਨੇ ਗਣਾਂ ਨੂੰ ਭੇਜਿਆ ਕਿ ਜਾਓ ਉੱਤਰ ਦਿਸ਼ਾ ਵੱਲ ਜਿਹੜਾ ਵੀ ਪਹਿਲਾ ਜੀਵ ਮਿਲੇ ਸੁੱਤਾ ਹੋਇਆ, ਉਹਦਾ ਸਿਰ ਲਿਆਓ। ਤੇ ਉਹ ਨਿਕਲਿਆ ਇੱਕ ਹਾਥੀ ਦਾ ਬੱਚਾ। ਅੱਛਾ। ਤੇ ਉਹ ਸਿਰ ਲਗਾ ਕੇ ਗਣੇਸ਼ ਜੀ ਨੂੰ ਜੀਵਨਦਾਨ ਮਿਲਿਆ। ਵੈਸੇ ਇਹਦੇ ਬਾਰੇ ਨਾ ਕੁਝ ਹੋਰ ਕਹਾਣੀਆਂ ਵੀ ਹੈਗੀਆਂ ਨੇ, ਜਿਵੇਂ ਕੋਈ ਕਹਿੰਦਾ ਸ਼ਨੀ ਦੀ ਨਜ਼ਰ ਪੈ ਗਈ ਸੀ ਜਾਂ ਦੁਰਵਾਸਾ ਰਿਸ਼ੀ ਦਾ ਸਰਾਪ ਸੀ, ਪਰ ਆ ਹਾਥੀ ਵਾਲੀ ਸਭ ਤੋਂ ਪ੍ਰਚਲਿਤ ਹੈ। ਹਾਂ, ਤੇ ਇਹ ਸਿਰਫ ਜਨਮ ਦੀ ਕਹਾਣੀ ਨਹੀਂ, ਇਹਦੇ 'ਚ ਮਤਲਬ ਵੀ ਹੈ। ਜਿਵੇਂ ਹੰਕਾਰ ਦਾ ਨਾਸ਼ ਹੋਇਆ ਤੇ ਫਿਰ ਨਵਾਂ ਜੀਵਨ ਮਿਲਿਆ ਗਿਆਨ ਵਾਲਾ। ਉਹ ਮੁਕਾਬਲੇ ਵਾਲੀ ਜਦੋਂ ਦੇਵਤਿਆਂ 'ਚ ਸਵਾਲ ਉੱਠਿਆ ਕਿ ਪਹਿਲਾਂ ਪੂਜਾ ਕਿਸ ਦੀ ਹੋਵੇ। ਹਾਂਜੀ, ਤੇ ਸ਼ਿਵ ਜੀ ਨੇ ਕਿਹਾ ਕਿ ਜਿਹੜਾ ਸਾਰੇ ਬ੍ਰਹਮੰਡ ਦਾ ਚੱਕਰ ਲਾ ਕੇ ਪਹਿਲਾਂ ਆਏਗਾ ਉਹੀ ਜਿੱਤੇਗਾ। ਕਾਰਤਿਕੀ ਜੀ ਤਾਂ ਨਿਕਲ ਗਏ ਆਪਣੇ ਮੋੜ ਤੇ ਫਟਾਫਟ। ਹਾਂ, ਉਹ ਤੇਜ਼ ਸੀ, ਪਰ ਗਣੇਸ਼ ਜੀ ਨੇ ਬੁੱਧੀ ਵਰਤੀ। ਉਹਨਾਂ ਨੇ ਕਿਤੇ ਜਾਣ ਦੀ ਬਜਾਏ ਆਪਣੇ ਮਾਤਾ ਪਿਤਾ ਸ਼ਿਵ ਜੀ ਤੇ ਪਾਰਵਤੀ ਜੀ ਦੇ ਆਲੇ ਦੁਆਲੇ ਚੱਕਰ ਲਾਇਆ। ਅੱਛਾ। ਤੇ ਕਿਹਾ ਕਿ ਸ਼ਾਸਤਰ ਕਹਿੰਦੇ ਨੇ ਮਾਤਾ ਪਿਤਾ ਹੀ ਸਾਰਾ ਸੰਸਾਰ, ਸਾਰਾ ਬ੍ਰਹਮੰਡ ਹੁੰਦੇ ਨੇ। ਵਾਹ, ਕੀ ਬਾਤ ਹੈ। ਮਤਲਬ ਫਿਰ ਤੋਂ ਦਿਮਾਗ ਨੇ ਤਾਕਤ ਨੂੰ ਪਿੱਛੇ ਛੱਡ ਦਿੱਤਾ। ਬਿਲਕੁਲ, ਤੇ ਸ਼ਿਵ ਜੀ ਬਹੁਤ ਖੁਸ਼ ਹੋਏ ਤੇ ਉਹਨਾਂ ਨੂੰ ਪ੍ਰਥਮ ਪੂਜਾ ਬਣਾ ਦਿੱਤਾ। ਇੱਕ ਹੋਰ ਗੱਲ ਵੀ ਸੁਣੀਂਦੀ ਹੈ ਕਿ ਇੱਕ ਵਾਰ ਤ੍ਰਿਪੁਰਾਸੁਰ ਨਾਲ ਯੁੱਧ ਵੇਲੇ ਨਾ ਸ਼ਿਵ ਜੀ ਨੇ ਵੀ ਗਣੇਸ਼ ਪੂਜਾ ਕਰਨੀ ਭੁੱਲ ਗਏ ਸੀ। ਅੱਛਾ, ਫਿਰ ਕੀ ਹੋਇਆ? ਫਿਰ ਤੇ ਇਹ ਗੱਲ ਤਾਂ ਸਿੱਧਾ ਉਹਨਾਂ ਦੇ ਵਿਗਨ ਹਰਤਾ ਹੋਣ ਨਾਲ ਜੁੜਦੀ ਹੈ, ਰੁਕਾਵਟਾਂ ਹਟਾਉਣ ਵਾਲੇ। ਪਰ ਤੁਸੀਂ ਕਿਹਾ ਸੀ ਵਿਗਨੇਸ਼ਵਰ ਵੀ, ਯਾਨੀ ਰੁਕਾਵਟਾਂ ਦੇ ਮਾਲਿਕ। ਹਾਂਜੀ, ਇਹ ਬੜਾ ਅਹਿਮ ਨੁਕਤਾ ਹੈ। ਉਹ ਸਿਰਫ ਰੁਕਾਵਟਾਂ ਹਟਾਉਂਦੇ ਨਹੀਂ, ਉਹ ਪਾਉਂਦੇ ਵੀ ਨੇ, ਵਿਗਨ ਕਰਤਾ ਵੀ ਨੇ। ਹੈ, ਰੁਕਾਵਟਾਂ ਪਾਉਂਦੇ ਵੀ ਨੇ? ਮਤਲਬ ਇਹ ਕਿਉਂ? ਦੇਖੋ, ਹਰ ਰੁਕਾਵਟ ਮਾੜੀ ਨਹੀਂ ਹੁੰਦੀ। ਕਈ ਵਾਰ ਰੁਕਾਵਟ ਇੱਕ ਇਮਤਿਹਾਨ ਹੁੰਦੀ ਹੈ, ਕਈ ਵਾਰ ਸਾਡੇ ਪਿਛਲੇ ਕੰਮਾਂ ਦਾ ਫਲ, ਜਾਂ ਸ਼ਾਇਦ ਸਾਨੂੰ ਕਿਸੇ ਗਲਤ ਪਾਸੇ ਜਾਣ ਤੋਂ ਰੋਕਣ ਦਾ ਤਰੀਕਾ। ਇਹ ਤਾਂ ਸੋਚਣ ਵਾਲੀ ਗੱਲ ਹੈ। ਮਤਲਬ ਇੱਕ ਤਰ੍ਹਾਂ ਦੀ ਪ੍ਰੋਟੈਕਸ਼ਨ ਹੋਈ ਹੋ ਸਕਦੀ ਹੈ। ਜਿਵੇਂ ਕਹਿੰਦੇ ਨੇ ਕੁਬੇਰ ਨੂੰ ਬੜਾ ਮਾਣ ਸੀ ਆਪਣੇ ਖਜ਼ਾਨੇ ਦਾ ਤੇ ਉਸਨੇ ਦਾਵਤ ਰੱਖੀ। ਗਣੇਸ਼ ਜੀ ਨੇ ਉਹਦਾ ਹੰਕਾਰ ਤੋੜਨ ਲਈ ਸਾਰਾ ਭੋਜਨ ਹੀ ਖਾ ਲਿਆ। ਅੱਛਾ। ਹਾਂ, ਤੇ ਉਹ ਸ਼ਿਵ ਪਾਰਵਤੀ ਦੇ ਵਿਆਹ ਵੇਲੇ ਰੱਥ ਰੋਕਣ ਵਾਲੀ ਗੱਲ ਵੀ ਇਸੇ ਵੱਲ ਇਸ਼ਾਰਾ ਕਰਦੀ ਹੈ। ਸਮਝ ਗਿਆ। ਇਹ ਦੋਵੇਂ ਪਹਿਲੂ, ਰੁਕਾਵਟਾਂ ਪਾਉਣਾ ਤੇ ਹਟਾਉਣਾ, ਇਹ ਉਹਨਾਂ ਦੇ ਰੂਪ ਵਿੱਚ ਵੀ ਛਲਕਦਾ ਹੋਊਗਾ, ਹੈ ਨਾ? ਆਓ ਜ਼ਰਾ ਉਹਨਾਂ ਦੇ ਸਰੂਪ ਬਾਰੇ ਗੱਲ ਕਰੀਏ। ਹਾਂ ਬਿਲਕੁਲ, ਉਹਨਾਂ ਦਾ ਹਰ ਅੰਗ ਕੁਛ ਨਾ ਕੁਛ ਦੱਸਦਾ ਹੈ। ਜਿਵੇਂ ਹਾਥੀ ਦਾ ਸਿਰ ਗਜਾਨਨ, ਇਹ ਗਿਆਨ, ਸਮਝ, ਤਾਕਤ ਦਾ ਪ੍ਰਤੀਕ ਹੈ। ਤੇ ਉਹ ਮੁੜੀ ਹੋਈ ਸੁੰਡ ਵਕਰਤੁੰਡ, ਉਹ ਕਹਿੰਦੇ ਓਮ ਦੇ ਆਕਾਰ ਵਰਗੀ ਹੈ, ਜੋ ਬ੍ਰਹਮਾ ਦਾ ਪ੍ਰਤੀਕ ਹੈ। ਤੇ ਨਾਲੇ ਇਹ ਵਿਵੇਕ ਦੀ ਸ਼ਕਤੀ ਵੀ ਹੈ, ਸਹੀ ਤੇ ਗਲਤ 'ਚ ਫਰਕ ਕਰਨ ਦੀ ਯੋਗਤਾ। ਤੇ ਵੱਡੇ ਕੰਨ ਸ਼ੂਰਪਕਰਨ। ਸ਼ੂਰਪ ਮਤਲਬ ਛੱਜ। ਜਿਵੇਂ ਛੱਜ ਅਨਾਜ ਚੋਂ ਫੱਕ ਕਰਦਾ ਹੈ, ਉਵੇਂ ਹੀ ਇਹ ਕੰਨ ਧਿਆਨ ਨਾਲ ਸੁਣਨ ਤੇ ਸੱਚ ਨੂੰ ਝੂਠ ਤੋਂ ਅਲੱਗ ਕਰਨ ਦੀ ਕਾਬਲੀਅਤ ਦਰਸਾਉਂਦੇ ਨੇ। ਅੱਛਾ, ਤੇ ਇੱਕ ਦੰਦ ਇਹਦੀ ਕੀ ਕਹਾਣੀ ਹੈ? ਹਾਂ, ਇਹ ਅਦਵੈਤ ਭਾਵਨਾ ਦਾ ਪ੍ਰਤੀਕ ਹੈ। ਸਭ ਕੁਝ ਇੱਕ ਹੈ, ਨਾਲੇ ਇਕਾਗਰਤਾ ਤੇ ਗਿਆਨ ਲਈ ਤਿਆਗ। ਕਹਾਣੀ ਉਹੀ ਮਹਾਭਾਰਤ ਵਾਲੀ ਹੈ, ਜਦੋਂ ਲਿਖਦਿਆਂ ਕਲਮ ਟੁੱਟ ਗਈ। ਹਾਂ, ਸੁਣਿਆ, ਉਹਨਾਂ ਨੇ ਆਪਣਾ ਦੰਦ ਤੋੜ ਕੇ ਉਸ ਨਾਲ ਲਿਖਣਾ ਸ਼ੁਰੂ ਕਰ ਦਿੱਤਾ ਸੀ। ਬਿਲਕੁਲ। ਤੇ ਵੱਡਾ ਢਿੱਡ ਲੰਬੋਦਰ ਨਹੀਂ, ਇਹ ਸਿਰਫ ਖਾਣ ਪੀਣ ਦੀ ਗੱਲ ਨਹੀਂ, ਇਹ ਉਦਾਰਤਾ ਦਾ ਪ੍ਰਤੀਕ ਹੈ। ਸਾਰੇ ਬ੍ਰਹਿਮੰਡ ਨੂੰ, ਚੰਗੇ ਮਾੜੇ ਸਾਰੇ ਅਨੁਭਵਾਂ ਨੂੰ ਆਪਣੇ ਅੰਦਰ ਸਮਾ ਲੈਣ ਦੀ, ਸ਼ਾਂਤੀ ਨਾਲ ਪਚਾ ਲੈਣ ਦੀ ਸਮਰੱਥਾ। ਵਾਹ। ਤੇ ਚਾਰ ਬਾਹਾਂ ਚਤੁਰਭੁਜ, ਇਹ ਸਰਵ ਵਿਆਪਕਤਾ ਦਰਸਾਉਂਦੀਆਂ ਨੇ। ਨਾਲੇ ਮਨ ਦੇ ਚਾਰ ਅੰਦਰੂਨੀ ਹਿੱਸੇ, ਮਨ, ਬੁੱਧੀ, ਅਹੰਕਾਰ ਤੇ ਚਿੱਤ। ਤੇ ਹੱਥਾਂ 'ਚ ਜਿਹੜੀਆਂ ਚੀਜ਼ਾਂ ਫੜੀਆਂ ਹੁੰਦੀਆਂ ਨੇ, ਪਾਸ਼, ਅੰਕੁਸ਼, ਲੱਡੂ। ਹਾਂ, ਪਾਸ਼ ਯਾਨੀ ਫਾਹੀ, ਇਹ ਦੁਨਿਆਵੀ ਮੋਹ ਮਾਇਆ ਤੇ ਕਾਬੂ ਪਾਉਣ ਲਈ। ਅੰਕੁਸ਼ ਜਿਵੇਂ ਹਾਥੀ ਨੂੰ ਚਲਾਉਣ ਲਈ ਹੁੰਦਾ, ਇਹ ਸਾਨੂੰ ਸਹੀ ਰੂਹਾਨੀ ਰਾਹ ਤੇ ਤੋਰਨ ਲਈ। ਮੋਦਕ ਜਾਂ ਲੱਡੂ, ਉਹ ਗਿਆਨ ਜਾਂ ਆਤਮ ਸਾਖਿਆਤਕਾਰ ਦੀ ਮਿਠਾਸ ਦਾ ਪ੍ਰਤੀਕ ਹੈ। ਤੇ ਇੱਕ ਹੱਥ ਆਮ ਤੌਰ ਤੇ ਅਭੈ ਮੁਦਰਾ 'ਚ ਹੁੰਦਾ ਹੈ ਨਾ, ਡਰ ਤੋਂ ਮੁਕਤੀ ਦਾ ਇਸ਼ਾਰਾ। ਬਿਲਕੁਲ। ਤੇ ਅਖੀਰ 'ਚ ਉਹਨਾਂ ਦਾ ਵਾਹਨ ਨਿੱਕਾ ਜਿਹਾ ਚੂਹਾ, ਮੂਸ਼ਕ। ਹਾਂ, ਇਹ ਵੀ ਬੜਾ ਅਜੀਬ ਲੱਗਦਾ ਹੈ, ਇੰਨਾ ਵੱਡਾ ਦੇਵਤਾ ਤੇ ਇੰਨਾ ਛੋਟਾ ਵਾਹਨ। ਇਹੀ ਤਾਂ ਖਾਸੀਅਤ ਹੈ। ਚੂਹਾ ਸਾਡੇ ਬੇਚੈਨ ਮਨ, ਸਾਡੀਆਂ ਭਜਦੀਆਂ ਦੌੜਦੀਆਂ ਇੱਛਾਵਾਂ ਦਾ ਪ੍ਰਤੀਕ ਹੈ। ਗਣੇਸ਼ ਜੀ ਉਸ ਤੇ ਸਵਾਰ ਹੋ ਕੇ ਦੱਸਦੇ ਨੇ ਕਿ ਇਹਨਾਂ ਤੇ ਕਾਬੂ ਪਾਉਣਾ ਜ਼ਰੂਰੀ ਹੈ ਤੇ ਇਹ ਨਿਮਰਤਾ ਵੀ ਸਿਖਾਉਂਦਾ ਹੈ। ਵਾਹ ਜੀ ਵਾਹ, ਮਤਲਬ ਪੂਰਾ ਸਰੂਪ ਇੱਕ ਸਿੱਖਿਆ ਹੈ।
ਸਿਰਫ ਕੋਈ ਕਹਾਣੀ ਨਹੀਂ, ਇਹ ਤਾਂ ਜੀਵਨ ਦੇ ਸਿਧਾਂਤ ਨੇ। ਸਹੀ ਕਿਹਾ। ਤੇ ਉਹ ਬੁੱਧੀ ਤੇ ਸਫਲਤਾ ਦੇ ਦੇਵਤਾ ਵੀ ਤਾਂ ਨੇ। ਮਹਾਭਾਰਤ ਲਿਖਣ ਵਾਲੀ ਗੱਲ ਉਹਨਾਂ ਦੀ ਬੁੱਧੀ ਦਾ ਸਬੂਤ ਹੈ। ਤਾਂ ਮਤਲਬ ਇਹ ਹੈ ਕਿ ਅਸਲੀ ਖੁਸ਼ਹਾਲੀ ਤੇ ਕਾਮਯਾਬੀ ਉਹ ਬੁੱਧੀ ਯਾਨੀ ਗਣੇਸ਼ ਨਾਲ ਹੀ ਮਿਲਦੀ ਹੈ। ਤੇ ਗਣੇਸ਼ ਚਤੁਰਥੀ ਦਾ ਤਿਉਹਾਰ ਉਹ ਤਾਂ ਬੜਾ ਮਸ਼ਹੂਰ ਹੈ। ਹਾਂਜੀ, ਉਹ ਉਹਨਾਂ ਦਾ ਜਨਮ ਦਿਨ ਹੈ। ਖਾਸ ਕਰਕੇ ਮਹਾਰਾਸ਼ਟਰ 'ਚ 10 ਦਿਨਾਂ ਦਾ ਬਹੁਤ ਵੱਡਾ ਉਤਸਵ ਹੁੰਦਾ ਹੈ। ਲੋਕਮਾਨਿਆ ਤਿਲਕ ਜੀ ਨੇ ਇਸ ਨੂੰ ਅੰਗਰੇਜ਼ਾਂ ਖਿਲਾਫ ਲੋਕਾਂ ਨੂੰ ਇਕੱਠਾ ਕਰਨ ਲਈ ਇੱਕ ਜਨਤਕ ਤਿਉਹਾਰ ਬਣਾਇਆ ਸੀ। ਅੱਛਾ, ਇਹ ਗੱਲ ਸੀ। ਹਾਂ, ਤੇ ਜਿਹੜਾ ਮੂਰਤੀ ਲਿਆਉਂਦੇ ਨੇ, ਪੂਜਾ ਕਰਦੇ ਨੇ ਤੇ ਫਿਰ ਪਾਣੀ 'ਚ ਵਿਸਰਜਨ ਕਰਦੇ ਨੇ, ਉਹ ਜੀਵਨ ਦੇ ਆਉਣ ਜਾਣ, ਬਣਨ ਮਿਟਣ ਦੇ ਚੱਕਰ ਦਾ ਪ੍ਰਤੀਕ ਹੈ। ਪੂਜਾ 'ਚ ਮੋਦਕ ਤੇ ਦੁਰਵਾ ਕਾ ਕਿਉਂ ਚੜਾਉਂਦੇ ਨੇ ਖਾਸ? ਮੋਦਕ ਉਹਨਾਂ ਨੂੰ ਪਿਆਰੇ ਨੇ, ਗਿਆਨ ਦੀ ਮਿਠਾਸ ਦਾ ਪ੍ਰਤੀਕ। ਦੁਰਵਾ ਕਾ ਦੀਆਂ 21 ਗੰਢਾਂ ਚੜ੍ਹਦੀਆਂ ਨੇ, ਇਹ ਸ਼ੁੱਧਤਾ ਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਤੇ ਮੰਤਰ ਤਾਂ ਹੈ ਹੀ ਨੇ, ਜਿਵੇਂ ਵਕਰਤੁੰਡ ਮਹਾਕਾय ਜਾਂ ਓਮ ਗੰਗ ਗਣਪਤਏ ਨਮః। ਇੱਕ ਹੋਰ ਚੀਜ਼ ਸੁਣੀ ਸੀ, ਯੋਗ ਨਾਲ ਵੀ ਕੋਈ ਸੰਬੰਧ ਹੈ? ਹਾਂਜੀ, ਯੋਗ ਪਰੰਪਰਾ 'ਚ ਗਣੇਸ਼ ਜੀ ਨੂੰ ਮੂਲਾਧਾਰ ਚੱਕਰ ਦਾ ਦੇਵਤਾ ਮੰਨਿਆ ਜਾਂਦਾ ਹੈ। ਇਹ ਸਾਡੇ ਸਰੀਰ ਦਾ ਸਭ ਤੋਂ ਹੇਠਲਾ ਊਰਜਾ ਕੇਂਦਰ ਹੈ, ਜਿੱਥੋਂ ਕੁੰਡਲਿਨੀ ਸ਼ਕਤੀ ਸ਼ੁਰੂ ਹੁੰਦੀ ਹੈ। ਇਸ ਲਈ ਉਹ ਸਥਿਰਤਾ, ਸੁਰੱਖਿਆ ਤੇ ਹਰ ਨਵੇਂ ਕੰਮ ਦੀ ਸ਼ੁਰੂਆਤ ਨਾਲ ਜੁੜੇ ਹੋਏ ਨੇ। ਅੱਛਾ, ਇਹ ਤਾਂ ਬਹੁਤ ਗਹਿਰੀ ਗੱਲ ਹੋ ਗਈ। ਤਾਂ ਫਿਰ ਜੇ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਗਣੇਸ਼ ਜੀ ਸਿਰਫ ਇੱਕ ਦੇਵਤਾ ਹੀ ਨਹੀਂ, ਸਗੋਂ ਬੁੱਧੀ, ਸਫਲਤਾ, ਰੁਕਾਵਟਾਂ ਤੇ ਕਾਬੂ ਪਾਉਣ ਤੇ ਜ਼ਿੰਦਗੀ ਦੇ ਡੂੰਘੇ ਅਰਥਾਂ ਦਾ ਪ੍ਰਤੀਕ ਨੇ। ਬਿਲਕੁਲ। ਪ੍ਰਥਮ ਪੂਜਯ ਹੋਣਾ, ਵਿਗਨੇਸ਼ਵਰ ਵਾਲੀ ਉਹਨਾਂ ਦੀ ਦੋਹਰੀ ਭੂਮਿਕਾ ਤੇ ਉਹਨਾਂ ਦੇ ਸਰੂਪ ਦਾ ਇੰਨਾ ਅਮੀਰ ਮਤਲਬ ਸਭ ਕੁਝ ਬਹੁਤ ਪ੍ਰੇਰਣਾ ਦਿੰਦਾ ਹੈ। ਸਹੀ ਗੱਲ। ਤੇ ਅਖੀਰ 'ਚ ਜਿਵੇਂ ਆਪਾਂ ਹਮੇਸ਼ਾ ਕਰਦੇ ਹਾਂ, ਸੁਣਨ ਵਾਲਿਆਂ ਲਈ ਇੱਕ ਸਵਾਲ ਜਾਂ ਵਿਚਾਰ ਛੱਡ ਜਾਈਏ। ਹਾਂ ਜ਼ਰੂਰ। ਆਪਾਂ ਗੱਲ ਕੀਤੀ ਕਿ ਗਣੇਸ਼ ਜੀ ਰੁਕਾਵਟਾਂ ਪਾ ਵੀ ਸਕਦੇ ਨੇ, ਵਿਘਨਕਰਤਾ, ਤੇ ਹਟਾ ਵੀ ਸਕਦੇ ਨੇ, ਵਿਘਨਹਰਤਾ। ਜੇ ਆਪਾਂ ਇਸ ਗੱਲ ਨੂੰ ਧਿਆਨ 'ਚ ਰੱਖੀਏ ਤਾਂ ਕੀ ਸਾਡਾ ਜ਼ਿੰਦਗੀ 'ਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੇਖਣ ਦਾ ਨਜ਼ਰੀਆ ਬਦਲ ਸਕਦਾ ਹੈ? ਸ਼ਾਇਦ ਹਰ ਰੁਕਾਵਟ 'ਚ ਕੋਈ ਸਬਕ ਛੁਪਿਆ ਹੋਵੇ ਜਾਂ ਕੋਈ ਇਸ਼ਾਰਾ। ਹਾਂ, ਸ਼ਾਇਦ ਇਸ ਤੇ ਸੋਚ ਵਿਚਾਰ करना शायद सानू कुछ नवा सिखावे। आज हम भगवान गणेश पर बात कर रहे हैं। हिंदू अकायद में ना उन्हें एक खास मुकाम हासिल है। जी बिल्कुल। रुकावटें दूर करने वाले, विघ्नहर्ता जिन्हें कहते हैं। विघ्नहर्ता जी, और अक्लो दानिश के देवता भी। हाँ, तो आज जो हमारे पास मवाद है, कुछ मजहबी कहानियां हैं, तशरीहात हैं। बिल्कुल, और ये जराए हमें उनकी शख्सियत के मुख्तलिफ पहलू समझने में काफी मदद देते हैं। उनकी जो खास शक्ल है, उसकी अलामात, पूजा के तरीके, सब कुछ। तो आज इस गुफ्तगू का मकसद यही है कि ये समझें कि गणेश जी को खास तौर पर अकल और कामयाबी के हवाले से इतनी अहमियत क्यों दी जाती है। ठीक है, तो आइए शुरू करते हैं उनके प्रथम पूज्य होने से, यानी सबसे पहले पूजे जाने का एजाज। ये कैसे मिला था? वो एक मशहूर मुकाबला हुआ था, है ना? जी हाँ, वो एक आप कह लें कायनाती मुकाबला था। देवताओं में ये तय पाया कि जो सबसे पहले पूरी कायनात का चक्कर लगाकर वापस आएगा, उसी की पूजा सबसे पहले होगी। बिल्कुल। तो ज्यादातर देवता तो अपनी तेज रफ्तार सवारियों पर निकल पड़े, जैसे कार्तिकेय मोर पर वगैरह। और गणेश जी की सवारी तो एक छोटा सा चूहा है। जी, मूषक। तो उन्होंने एक बिल्कुल मुख्तलिफ रास्ता अपनाया, यही उनकी अक्ल काम आई। उन्होंने कायनात का चक्कर लगाने के बजाय अपने वालिदैन शिव और पार्वती जी के गिर्द ही चक्कर लगा लिए। 7 चक्कर शायद। जी हाँ, 7 चक्कर। और फिर उन्होंने वजाहत पेश की। उन्होंने कहा कि शास्त्रों में लिखा है कि वालिदैन का मुकाम वो तो पूरी कायनात और तमाम तीर्थ स्थानों के बराबर है। वाह, ये तो सिर्फ होशियारी नहीं थी, ये तो गहरी समझ थी। बिल्कुल, ये ज्ञान शक्ति यानी इल्म की ताकत का अमली मुजाहिरा था। उसने क्रिया शक्ति यानी सिर्फ अमल की ताकत को पीछे छोड़ दिया, और इसी वजह से सबने उन्हें प्रथम पूजिया तस्लीम किया। ये वाकई इल्म की ताकत की जबरदस्त मिसाल है। अच्छा, उनके रूप में भी बहुत गहरी अलामतें हैं, खास तौर पर उनका हाथी का सर, गजानन। जी, गजानन। उसके पीछे की कहानी तो काफी ड्रामाई है। हाँ, वो शिवजी के गुस्से वाली कहानी। जी, कहा जाता है कि शिवजी ने गुस्से में आकर उनका इंसानी सर काट दिया था। फिर जब पार्वती जी बहुत दुखी हुईं, तो उनके दुख को दूर करने के लिए हुक्म दिया गया कि जो भी पहला जानदार शुमाल की तरफ सर किए मिले, उसका सर ले आओ। बिल्कुल, और वो एक हाथी का बच्चा था, तो वही सर उनके धड़ से जोड़ दिया गया। ये एक हादसा था, मगर ये उनकी शनाख्त बन गया, और इसमें भी फिर माने तलाश किए गए, जैसे बड़ी सोच, याददाश्त। बड़ी सोच, याददाश्त, तहम्मुल, कुव्वत बर्दाश्त, ये सब हाथी से मंसूब सिफात हैं। और उनका एक दांत, एक दंत जो कहलाते हैं, इसकी क्या वजह है? एक दंत होने की भी एक से ज्यादा कहानियां हैं, लेकिन एक बहुत अहम वाकया महाभारत लिखने से जुड़ा है। अच्छा, वो कैसे? किस्सा यूं है कि जब महर्षि वेद व्यास महाभारत लिखवा रहे थे, तो गणेश जी उसे कलम बंद कर रहे थे। लिखते लिखते उनका कलम टूट गया। ओ, तो फिर क्या हुआ? अब शर्त ये थी कि वेद व्यास बोलना बंद नहीं करेंगे और गणेश जी लिखना बंद नहीं करेंगे। तो जब कलम टूटा, गणेश जी ने एक लम्हा भी जाया किए बगैर अपना एक दांत तोड़ा। अपना दांत तोड़ लिया? जी, और उसे कलम बनाकर लिखना जारी रखा। ये तो इल्म के लिए गैर मामूली कुर्बानी और लगन है। बिल्कुल, ये इल्म के तसलसल को कायम रखने के लिए किसी भी रुकावट को उबूर करने की अलामत है।
और देखें, फलसफियाना तौर पर इसे अद्वैत यानी गैर सनवियत से भी जोड़ते हैं। अद्वैत? वो कैसे? मतलब ये कि तमाम तजादात जैसे दुई आखिरकार एक ही हकीकत में जम हो जाते हैं, तो दो दांतों के बजाय एक का होना उस वहदानियत की तरफ भी इशारा है। बहुत दिलचस्प। अच्छा, और फिर उनकी सवारी, वो छोटा सा चूहा, मूषक, ये तो बड़ा अजीब इम्तिजाज लगता है ना? इतना बड़ा देवता और इतनी छोटी सवारी। बज़ाहिर तो ये तजाद ही लगता है, लेकिन इसमें भी गहरा सबक है। मूषक यानी चूहा अक्सर बेचैन इंसानी मन की अलामत समझा जाता है। बेचैन मन मतलब वो लामहदूद ख्वाहिशात जो दुनियावी चीजों को कुतरती रहती हैं, जैसे चूहा चीजों को कुतरता है, बेचैन, कभी इधर कभी उधर। अच्छा, तो गणेश जी का उस मूषक पर काबू पाना और उस पर सवारी करना ये जाहिर करता है कि अक्ल और रूहानी ताकत से इन बेलगाम ख्वाहिशात और बेचैन तबीयत को काबू में लाया जा सकता है। यानी आला हिकमत जो है वो अदना तरीन रुझानात को भी काबू कर सकती है और उन्हें सही सिमत दे सकती है। बिल्कुल सही। अच्छा, इन्हें विघ्नहर्ता कहते हैं, यानी रुकावटें दूर करने वाला। ये तो सबसे मशहूर सिफ्त है उनकी। जी हाँ, लेकिन यहाँ एक बहुत अहम नुक्ता है जो अक्सर लोग शायद नहीं जानते या नजरअंदाज कर देते हैं। वो क्या? उन्हें सिर्फ विघ्नहर्ता नहीं बल्कि विघ्नलीश्वर भी कहा जाता है। विघ्नेश्वर यानी रुकावटों का मालिक, ओनर ऑफ ऑब्स्टिकल्स। ओह, तो मतलब वो सिर्फ रुकावटें हटाते नहीं, वो रुकावटें पैदा भी कर सकते हैं, विघ्न करता भी हैं। ये तो बड़ी दिलचस्प बात है। तो रुकावटें हमेशा बुरी नहीं होती, उनका कोई मकसद भी हो सकता है? मजबूत बनाने, सब्र सिखाने या किसी गलत रास्ते पर जाने से रोकने के लिए होती हैं। तो जब हम इनकी पूजा करते हैं तो सिर्फ ये नहीं मांगना चाहिए कि मुश्किल दूर हो जाए, बिल्कुल, बल्कि ये भी मांगना चाहिए कि इस मुश्किल का मकसद समझने की अक्ल मिले और उस पर काबू पाने की हिम्मत और हिकमत मिले। ये ज्यादा गहरी बात है। सही। और इसी बुद्धि यानी अक्ल का ताल्लुक उनकी दो अलामती पत्नियों से भी जोड़ा जाता है, रिद्धि और सिद्धि। रिद्धि और सिद्धि यानी खुशहाली और कामयाबी। जी, रिद्धि यानी खुशहाली और सिद्धि यानी हर किस्म की कामयाबी, रूहानी और दुनियावी महारतें। तो ये अलामती शादी ये सिखाती है कि हकीकी खुशहाली और कामयाबी जो है वो अक्ल और समझदारी से ही पैदा होती है। ये तो जिंदगी का बड़ा अहम उसूल है। अच्छा, आखिर में थोड़ी बात उनकी पूजा पर भी कर लें। खास तौर पर गणेश चतुर्थी पर क्या खास होता है? गणेश चतुर्थी तो उनका जन्मदिन मनाने का सबसे बड़ा त्योहार है, बहुत धूमधाम से मनाया जाता है। इस मौके पर खास षोडश उपचार पूजा होती है। षोडश उपचार यानी 16 तरीके? जी, षोडश यानी 16 और उपचार यानी पेशकश या खिदमत। तो 16 मखसूस तरीकों से उनकी इज्जत अफजाई की जाती है, जैसे उन्हें आसन देना यानी बैठने की जगह देना, फिर स्नान कराना यानी गुस्ल देना, नए कपड़े पहनाना, फूल, खुशबू वगैरह भी? हाँ, फूल, धूप, दीप, खुशबू और खास तौर पर उनका पसंदीदा भोग मोदक। मोदक वो मीठे लड्डू जैसे होते हैं? जी, वो चावल के आटे या गंदम के आटे से बनते हैं, अंदर गुड़ और नारियल की फिलिंग होती है, उन्हें बहुत पसंद है। और दुर्वा घास भी उन्हें बहुत प्यारी है। दुर्वा घास? जी, उसकी भी खास अहमियत है। तो आज हमने इन जराए की रोशनी में ये देखा कि भगवान गणेश सिर्फ रुकावटें दूर करने वाले देवता नहीं है, वो तो अक्ल, हिकमत, कुर्बानी, इल्म की लगन, नफ्स पर काबू, उन सब की एक मुकम्मल अलामत है। बिल्कुल, प्रथम पूज्य होने से लेकर विघ्नेश्वर तक उनके हर रूप, हर कहानी में गहरे मायने हैं। और इनसे बहुत कुछ सीखने को मिलता है ना? यकीनन अमली जिंदगी के लिए भी बहुत से सबक हैं, जैसे मसाइल को हल करने में तख्लीकी सोच का इस्तेमाल करना, ठीक वैसे जैसे उन्होंने मुकाबले में किया था। इल्म की कदर करना, जैसे दांत तोड़कर भी लिखना जारी रखा। और अपनी ख्वाहिशात को काबू में रखना, जैसे मूषक पर सवारी। इस्तिकामत, आजिज़ी, बहुत कुछ है। और जाते जाते एक ख्याल सामीन के लिए छोड़ जाते हैं, चूंकि गणेश जी विघ्नेश्वर भी हैं, यानी रुकावटों के मालिक। तो जब जिंदगी में कोई मुश्किल आए तो सिर्फ ये चाहने के बजाय कि वो फौरन हट जाए, अगर हम ये सोचने की कोशिश करें कि शायद इस रुकावट का कोई मुस्बत पहलू भी हो, कोई सबक हो जो हमें सीखना है, तो ये सोच हमारे रद्द अमल और हमारे उस तजुर्बे को कैसे बदल सकती है। बहुत गहरा सवाल है, इस पर जरूर गौर करना चाहिए। सोचिए, अगर हर बाधा एक अवसर बन जाए, अगर सफलता का सबसे बड़ा रहस्य एक देवता की कहानी में छिपा हो। आज हम उसी शक्ति को जानेंगे जो हर अंत को एक नई शुरुआत में बदल देती है। क्या आप जानते हैं देवताओं में सबसे पहले किसकी पूजा होती है? उस महाशक्ति की जिसका मस्तक ज्ञान का प्रतीक है और जिनका हर कार्य सफलता का आरंभ है। आज हम जानेंगे उस देवता की कहानी जो सिर्फ विघ्नहर्ता नहीं बल्कि बुद्धि, सफलता और प्रथम पूज्य होने का साक्षात स्वरूप है। भगवान गणेश की वो गाथा जो आपके जीवन की हर बाधा को दूर कर सकती है। तो चलिए कहानी शुरू करते हैं भगवान गणेश की। ये सिर्फ एक नाम नहीं, ये एक पूरा दर्शन है। और उनकी कहानी वो किसी चमत्कार से कम नहीं। माता पार्वती ने अपने शरीर के उपटन से एक बालक को जीवन दिया जो केवल अपनी माँ के प्रति निष्ठावान था। इसी निष्ठा ने उन्हें अपने ही पिता भगवान शिव के सामने खड़ा कर दिया। एक तरफ पिता का अधिकार, दूसरी तरफ पुत्र का अपनी माँ के प्रति अटूट कर्तव्य। क्रोध की ज्वाला ऐसी भड़की कि भगवान शिव ने अपने ही पुत्र का सिर धड़ से अलग कर दिया। कैलाश पर सन्नाटा छा गया।
लेकिन फिर एक माँ का क्रोध जागा जो प्रलय लाने में सक्षम था। तब उसी बालक को एक गज का मस्तक लगाकर पुनर्जीवित किया गया। अहंकार का विनाश हुआ और ज्ञान का पुनर्जन्म। इसी घटना ने उन्हें गजानन बनाया। पर उन्हें अग्र पूजा का अधिकार कैसे मिला? एक दिव्य प्रतिस्पर्धा हुई। जो सबसे पहले ब्रह्मांड की परिक्रमा करेगा वही प्रथम पूज्य कहलाएगा। सारे देवता अपने वाहनों पर निकल पड़े, पर गणेश जी, उन्होंने अपनी बुद्धि का प्रयोग किया। उन्होंने अपने माता पिता शिव और पार्वती की परिक्रमा की और कहा, मेरे लिए तो मेरा ब्रह्मांड आप ही के चरणों में है। इस असाधारण विवेक ने उन्हें प्रथम पूज्य बना दिया। ये कथा एक सीधा संदेश देती है, दुनिया को जीतने की दौड़ से कहीं बड़ी है अपने मन को जीतने की समझ। असली शक्ति बाहर नहीं, भीतर है। और विघ्नहर्ता, उन्हें विघ्नेश्वर भी कहते हैं, यानी वो जो विघ्न डालते भी हैं और हरते भी हैं। वो सिर्फ बाधाएं नहीं हटाते, बल्कि हमें वो बुद्धि और विवेक देते हैं जिससे हम उन बाधाओं को पार कर सकें। चाहे वो सिंदूरासुर जैसे बाहरी शत्रु हो या कुबेर जैसा आंतरिक अहंकार, गणेश जी हर विघ्न को चूर चूर कर देते हैं। महाभारत जैसे महाकाव्य को लिखने के लिए जब महर्षि वेदव्यास को एक लेखक की आवश्यकता हुई तो गणेश जी ही आगे आए। उन्होंने अपना एक दांत तोड़कर उसे लेखनी बना लिया और एक दंत कहलाए। ज्ञान के लिए ऐसा त्याग, यही तो गणेश है। याद रखिए, गणेश की पूजा का अर्थ है उस बुद्धि का आह्वान करना जो स्वाभाविक रूप से सफलता और समृद्धि को आकर्षित करती है। तो हमने देखा कि कैसे गणेश जी का हर स्वरूप, चाहे वो गजानन हो, प्रथम पूज्य हो, विघ्नहर्ता हो या एक दंत, हमें ज्ञान, विवेक और सफलता का गहरा पाठ पढ़ाता है। अगर आपको गणपति बप्पा की यह अद्भुत गाथा पसंद आई तो वीडियो को लाइक करें और कमेंट में श्री गणेशाय नमः जरूर लिखें। गणपति बप्पा मोरया। अगली बार मिलेंगे एक और दिव्य रहस्य के साथ। तब तक याद रखिए, आपके भीतर भी एक गणेश है। अपनी बुद्धि को जगाइए और हर बाधा को एक सीढ़ी बना लीजिए।